Hello students, in this lecture we are going to start the new chapter index numbers. Index numbers ਦਾ ਅਸੀਂ ਕੀ ਯੂਜ਼ ਹੁੰਦਾ ਹੈ ਸਾਡੇ ਕੋਲ। ਅਸੀਂ ਬਹੁਤ ਸਾਰੇ ਮੈਜਰਸ ਆਫ ਸੈਂਟਰਲ ਟੈਂਡੈਂਸੀਜ਼ ਪੜ੍ਹੇ ਆ ਜਿਹਦੇ ਵਿੱਚ ਕਿ ਅਸੀਂ ਅਲੱਗ-ਅਲੱਗ ਡਾਟਾ ਤੋਂ ਜਿਹੜਾ ਉਹਨੂੰ ਇੱਕ ਐਵਰੇਜ ਫਾਈਂਡ ਕਰਦੇ ਹਾਂ। ਲੇਕਿਨ ਉਹਦੇ ਵਿੱਚ ਇੱਕ ਇਹ ਫੀਚਰ ਹੁੰਦਾ ਹੈ ਡਾਟਾ ਦਾ ਕਿ ਜਦੋਂ ਵੀ ਅਸੀਂ ਕੋਈ ਮੈਜਰ ਆਫ ਸੈਂਟਰਲ ਟੈਂਡੈਂਸੀਜ਼ ਨੂੰ ਯੂਜ਼ ਕਰਕੇ ਐਵਰੇਜ ਫਾਈਂਡ ਕਰਦੇ ਹਾਂ ਤਾਂ ਡਾਟਾ ਜਿਹੜਾ ਹੋਮੋਜੀਨੀਅਸ ਹੁੰਦਾ। ਦੈਟ ਮੀਨਸ ਕਿ ਉਹਦਾ ਮੈਗਨੀਟਿਊਡ, ਉਹਦੀ ਜਿਹੜੀ ਮੈਜਰਮੈਂਟ ਦੀ ਯੂਨਿਟਸ ਹੈਗੀ ਆ ਉਹ ਸੇਮ ਹੁੰਦੀਆਂ। ਲੇਕਿਨ ਅਗਰ ਸਾਡੇ ਕੋਲ ਅਲੱਗ-ਅਲੱਗ ਕਮੋਡਿਟੀਜ਼ ਹੋਣ, ਇਸ ਤਰ੍ਹਾਂ ਦਾ ਡਾਟਾ ਹੋਵੇ ਜਿਹਦੇ ਵਿੱਚ ਕਿ ਮੈਜਰਮੈਂਟ ਯੂਨਿਟਸ ਅਲੱਗ ਹੋਣ, ਜੋਗ੍ਰਾਫਿਕਲੀ ਉਹਨਾਂ ਦਾ ਜਿਹੜਾ ਕੋਈ ਡਿਫਰੈਂਸ ਹੋਵੇ ਜਾਂ ਕੁਛ ਇੱਦਾਂ ਦੇ ਮਤਲਬ ਉਹਨਾਂ ਦੇ ਵਿੱਚ ਡਿਫਰੈਂਸ ਹੋਵੇ ਜਿਹਦੇ ਕਰਕੇ ਕਿ ਉਹ ਡਾਟਾ ਜਿਹੜਾ ਹੈ ਉਹ ਹੋਮੋਜੀਨੀਅਸ ਨਹੀਂ ਅਸੀਂ ਉਹਨੂੰ ਕਹਿ ਸਕਦੇ। ਉਹਨਾਂ ਕੇਸਿਸ ਦੇ ਵਿੱਚ ਅਸੀਂ ਸੈਂਟਰਲ ਜਿਹੜੇ ਟੈਂਡੈਂਸੀ ਦੇ ਮੈਜਰਸ ਆ ਉਹ ਯੂਜ਼ ਕਰਕੇ ਐਵਰੇਜਿਸ ਨਹੀਂ ਫਾਈਂਡ ਕਰ ਸਕਦੇ। ਤਾਂ ਐਸੇ ਕੇਸਿਸ ਦੇ ਵਿੱਚ ਸਾਡੇ ਕੋਲ ਜਿਹੜਾ ਇੰਡੈਕਸ ਨੰਬਰਸ ਦਾ ਮੈਥਡ ਹੈਗਾ ਆ ਉਹ ਅਸੀਂ ਯੂਜ਼ ਕਰਦੇ ਹਾਂ। ਸੋ ਫੋਰ ਐਗਜ਼ਾਮਪਲ ਅਸੀਂ ਕੰਟਰੀ ਦੇ ਵਿੱਚ ਇੱਕ ਜਨਰਲ ਪ੍ਰਾਈਸ ਇੰਡੈਕਸ ਕੈਲਕੂਲੇਟ ਕਰਨਾ ਆ ਕਿ ਜਨਰਲ ਪ੍ਰਾਈਸ ਲੈਵਲ ਕਿਸ ਤਰ੍ਹਾਂ ਦਾ ਆ ਉਹ ਅਸੀਂ ਚੈੱਕ ਕਰਨਾ। ਅਤੇ ਹੁਣ ਜਨਰਲ ਪ੍ਰਾਈਸ ਲੈਵਲ ਚੈੱਕ ਕਰਨ ਦੇ ਲਈ ਅਲੱਗ-ਅਲੱਗ ਕਮੋਡਿਟੀਜ਼ ਦੇ ਪ੍ਰਾਈਸ ਅਸੀਂ ਦੇਖਾਂਗੇ। ਹੁਣ ਦੇਖੋ ਸਪੋਜ਼ ਅਸੀਂ ਉਹਦੇ ਵਿੱਚ ਮੈਂ ਅਗਰ ਐਗਜ਼ਾਮਪਲ ਲਵਾਂ, ਪੈਟਰੋਲੀਅਮ ਪ੍ਰੋਡਕਟਸ ਲੈ ਲਏ, ਅਸੀਂ ਵੀਟ ਲੈ ਲਈ, ਮਿਲਕ ਲੈ ਲਿਆ। ਹੁਣ ਮਿਲਕ ਨੂੰ ਮੈਜਰ ਅਸੀਂ ਲੀਟਰਸ ਦੇ ਵਿੱਚ ਕਰਦੇ ਹਾਂ, ਜਦੋਂ ਅਸੀਂ ਮੈਜਰ ਕਰਨਾ ਵੀਟ ਜਾਂ ਕੁਛ ਇੱਦਾਂ ਦੀ ਸੋਲਿਡ ਚੀਜ਼ ਅਸੀਂ ਕਿਲੋਗ੍ਰਾਮਸ ਦੇ ਵਿੱਚ ਮੈਜਰ ਕਰਦੇ ਹਾਂ। ਤਾਂ ਦੋਹਾਂ ਦੇ ਮੈਜਰਮੈਂਟ ਮੈਥਡਸ ਅਲੱਗ ਹੋ ਗਏ। ਹੁਣ ਦੋਹਾਂ ਨੂੰ ਕੰਪੇਅਰ ਕਿੱਦਾਂ ਈਜ਼ੀਲੀ ਡਾਇਰੈਕਟਲੀ ਸੈਂਟਰਲ ਮੈਜਰਮੈਂਟ ਦੇ ਨਾਲ ਅਗਰ ਸੈਂਟਰਲ ਟੈਂਡੈਂਸੀ ਦੇ ਮੈਜਰਸ ਯੂਜ਼ ਕਰਕੇ ਉਹਨਾਂ ਨੂੰ ਅਸੀਂ ਉਹਨਾਂ ਦੇ ਵਿੱਚ ਲਿੰਕ ਬਣਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਨਹੀਂ ਬਣ ਪਾਏਗਾ। ਦੈਟ ਵਿਲ ਬੀ ਡਿਫੀਕਲਟ। ਸੋ ਐਸੇ ਕੇਸਿਸ ਦੇ ਵਿੱਚ ਫਿਰ ਇੰਡੈਕਸ ਨੰਬਰ ਜਿਹੜੇ ਆ ਉਹ ਉਹਨਾਂ ਦਾ ਯੂਜ਼ ਹੁੰਦਾ। ਤਾਂ ਇੰਡੈਕਸ ਨੰਬਰ ਦੀ ਅਗਰ ਅਸੀਂ ਡੈਫੀਨੇਸ਼ਨ ਦੇਖੀਏ ਤਾਂ ਉਹਦਾ ਕੀ ਡੈਫੀਨੇਸ਼ਨ ਹੈ ਕਿ index number are a series of numbers by which changes in the magnitude of a phenomenon are measured from time to time or place to place। तो अलग अलग टाइम से अलग अलग प्लेसिस ਦੇ ਉੱਪਰ ਕਿਸੇ ਚੀਜ਼ ਦੇ ਵਿੱਚ ਉਹਦਾ ਕਿੰਨਾ ਮੈਗਨੀਟਿਊਡ ਚੇਂਜ ਹੋ ਰਿਹਾ ਆ, ਉਹਨਾਂ ਦੀ ਮੈਜਰਮੈਂਟ ਯੂਨਿਟ ਅਲੱਗ-ਅਲੱਗ ਹੋ ਸਕਦੀ ਆ। ਤਾਂ ਇਹ ਸਾਰੇ ਚੇਂਜਸ ਨੂੰ ਮੈਜਰ ਕਰਦੇ ਹਾਂ ਅਸੀਂ ਇੰਡੈਕਸ ਨੰਬਰਸ ਦੇ ਨਾਲ। ਸੋ ਇੰਡੈਕਸ ਨੰਬਰਸ ਦੀਆਂ ਸਾਡੇ ਕੋਲ ਟਾਈਪਸ ਦੀ ਗੱਲ ਕਰੀਏ, ਅਲੱਗ-ਅਲੱਗ ਤਰ੍ਹਾਂ ਦੇ ਇੰਡੈਕਸ ਨੰਬਰਸ ਹੋ ਸਕਦੇ ਆ ਜਿਨ੍ਹਾਂ ਦੇ ਵਿੱਚ ਮੇਨ ਕਿਹੜੇ ਹੈਗੇ, ਪ੍ਰਾਈਸ ਇੰਡੈਕਸ। ਪ੍ਰਾਈਸ ਇੰਡੈਕਸ ਦੇ ਵਿੱਚ ਵੀ ਅੱਗੇ ਹੋਲਸੇਲ ਪ੍ਰਾਈਸ ਇੰਡੈਕਸ ਐਂਡ ਰਿਟੇਲ ਪ੍ਰਾਈਸ ਇੰਡੈਕਸ ਹੁੰਦੇ ਆ। ਜਿਸ ਤਰ੍ਹਾਂ ਹੋਲਸੇਲ ਪ੍ਰਾਈਸ ਇੰਡੈਕਸ ਕੀ ਮੈਜਰ ਕਰਦਾ, ਪੂਰੀ ਕੰਟਰੀ ਦੇ ਵਿੱਚ ਜਨਰਲ ਪ੍ਰਾਈਸ ਲੈਵਲ ਨੂੰ ਮੈਜਰ ਕਰਦਾ। ਸੋ ਇਹਦੇ ਕੁਆਂਟਿਟੀ ਇੰਡੈਕਸ ਨੰਬਰਸ ਹੋ ਸਕਦੇ ਆ ਕਿ ਕਿਸੇ ਚੀਜ਼ ਦੀ ਇੱਥੇ ਪ੍ਰਾਈਸ ਦੀ ਗੱਲ ਕਰ ਰਹੇ ਅਤੇ ਕੁਆਂਟਿਟੀ ਦੀ ਗੱਲ ਕਰ ਰਹੇ, ਕੁਆਂਟਿਟੀ 'ਚ ਕੀ ਵੇਰੀਏਸ਼ਨਸ ਆ ਰਹੀਆਂ, ਕੀ ਇੱਕ ਜਨਰਲ ਲੈਵਲ ਹੈਗਾ। ਵੈਲਿਊ ਇੰਡੈਕਸ ਨੰਬਰ, ਕੋਸਟ ਆਫ ਲਿਵਿੰਗ ਜਿਹੜਾ ਲਿਵਿੰਗ ਨੰਬਰ ਇੰਡੈਕਸ ਨੰਬਰ ਹੋ ਸਕਦਾ ਆ। ਸੋ ਇਸੇ ਤਰ੍ਹਾਂ ਜਿਹੜਾ ਸਪੈਸ਼ਲ ਪਰਪਸ ਇੰਡੈਕਸ ਨੰਬਰ ਹੋ ਸਕਦਾ, ਦੈਟ ਮੀਨਸ ਕਿ ਕਿਸੇ ਖਾਸ ਚੀਜ਼ ਨੂੰ ਕੈਲਕੂਲੇਟ ਕਰਨ ਦੇ ਲਈ ਅਸੀਂ ਕੋਈ ਇੰਡੈਕਸ ਨੰਬਰ ਬਣਾਇਆ ਹੋਵੇ ਤਾਂ ਉਹ ਸਪੈਸ਼ਲ ਪਰਪਸ ਇੰਡੈਕਸ ਨੰਬਰ ਹੋ ਸਕਦਾ ਹੈ। ਸੋ ਮੈਥਡਸ ਕੀ ਹੈਗੇ ਆ ਇੰਡੈਕਸ ਨੰਬਰ ਬਣਾਉਣ ਦੇ, ਦੋ ਤਰ੍ਹਾਂ ਦੇ ਮੈਥਡਸ ਅਸੀਂ ਯੂਜ਼ ਕਰਦੇ ਹਾਂ। ਦੇਖੋ ਇਹਨਾਂ ਵਿੱਚ ਵੀ ਸਭ ਤੋਂ ਜ਼ਿਆਦਾ ਜਿਹੜਾ ਟਾਈਪਸ ਦੇ ਵਿੱਚ ਇੰਪੋਰਟੈਂਟ ਆ ਜਿਹੜਾ ਅਸੀਂ ਡਿਸਕਸ ਕਰਨਾ ਉਹ ਹੈ ਪ੍ਰਾਈਸ ਐਂਡ ਕੁਆਂਟਿਟੀ ਇੰਡੈਕਸ ਨੰਬਰਸ। ਕੁਆਂਟਿਟੀ ਦੇ ਨਾਲੋਂ ਵੀ ਜ਼ਿਆਦਾ ਸਭ ਤੋਂ ਜਿਹੜਾ ਅਗਰ ਅਸੀਂ ਮੋਸਟ ਇੰਪੋਰਟੈਂਟ ਦੀ ਗੱਲ ਕਰੀਏ ਤਾਂ ਅਸੀਂ ਡਿਸਕਸ ਕਰਾਂਗੇ ਪ੍ਰਾਈਸ ਇੰਡੈਕਸਿਸ ਨੂੰ। ਸੋ ਮੈਥਡਸ ਜਿਹੜੇ ਹੈਗੇ ਇੰਡੈਕਸ ਨੰਬਰ ਕੰਸਟਰਕਟ ਕਰਨ ਦੇ ਦੋ ਤਰ੍ਹਾਂ ਦੇ ਆ, ਵੇਟਡ ਇੰਡੈਕਸ ਐਂਡ ਅਨਵੇਟਡ ਇੰਡੈਕਸ ਨੰਬਰਸ। ਵੇਟਡ ਇੰਡੈਕਸ ਦੇ ਅੰਡਰ ਵੀ ਅਸੀਂ ਦੋ ਮੈਥਡਸ ਪੜ੍ਹਦੇ ਹਾਂ, ਸਿੰਪਲ ਐਗਰੀਗੇਟਿਵ ਮੈਥਡ ਐਂਡ ਸਿੰਪਲ ਐਵਰੇਜ ਆਫ ਰਿਲੇਟਿਵ ਮੈਥਡਸ। ਵੇਟਡ ਇੰਡੈਕਸ ਨੰਬਰ ਦੇ ਅੰਡਰ ਬਹੁਤ ਸਾਰੇ ਮੈਥਡਸ ਹੈਗੇ ਆ, ਲਾਸਪੇਅਰ, ਪਾਸਚੇ, ਡੋਰਬਿਸ਼ ਐਂਡ ਬਾਉਲੀ, ਫਿਸ਼ਰਸ ਮੈਥਡ, ਮਾਰਸ਼ਲ ਐਜਵਰਥ ਮੈਥਡ, ਕੈਲੀਜ਼ ਇੰਡੈਕਸ ਨੰਬਰ, ਵਾਲਸ਼ ਮੈਥਡ। ਤਾਂ ਇਹਨਾਂ ਦੇ ਵਿੱਚ ਵੀ ਜਿਹੜਾ ਸਭ ਤੋਂ ਆਈਡੀਅਲ ਮੈਥਡ ਹੈ ਉਹ ਅਸੀਂ ਫਿਸ਼ਰਸ ਵੇਟਡ ਇੰਡੈਕਸ ਨੰਬਰ ਮੰਨਦੇ ਹਾਂ। ਇਹਨੂੰ ਇੱਕ ਆਈਡੀਅਲ ਇੰਡੈਕਸ ਮੰਨਦੇ ਹਾਂ, ਸਭ ਤੋਂ ਬੈਸਟ ਇੰਡੈਕਸ ਮੰਨਦੇ ਹਾਂ। ਤਾਂ ਇਹਨਾਂ ਬਾਰੇ ਅਸੀਂ ਸਾਰਿਆਂ ਬਾਰੇ ਡਿਸਕਸ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੂੰ ਅਸੀਂ ਡਾਟਾ ਤੋਂ ਕੈਲਕੂਲੇਟ ਕਰਦੇ ਹਾਂ। ਤਾਂ ਬੇਸਿਕਲੀ ਇਹਦੇ ਵਿੱਚ ਇਹੀ ਹੈ ਕਿ ਇੰਡੈਕਸ ਨੰਬਰ ਅਸੀਂ ਯੂਜ਼ ਕਦੋਂ ਕਰਦੇ ਹਾਂ, ਜਦੋਂ ਕਿ ਸਾਡੇ ਕੋਲ ਜਿਹੜਾ ਡਾਟਾ ਆ ਉਹ ਵੇਰੀਏਬਿਲਿਟੀ ਹੋਵੇ, ਉਹਦੇ ਵਿੱਚ ਹੈਟਰੋਜੈਨਿਟੀ ਹੋਵੇ, ਅਲੱਗ-ਅਲੱਗ ਯੂਨਿਟਸ ਆਫ ਮੈਜਰਮੈਂਟ ਹੈਗੀਆਂ, ਅਲੱਗ-ਅਲੱਗ ਟਾਈਮ ਐਂਡ ਪਲੇਸਿਸ ਹੋ ਸਕਦੇ ਆ। ਤਾਂ ਐਸੇ ਕੇਸਿਸ ਦੇ ਵਿੱਚ ਜਿੱਥੇ ਮੈਜਰ ਆਫ ਸੈਂਟਰਲ ਟੈਂਡੈਂਸੀ ਯੂਜ਼ ਨਹੀਂ ਕੀਤੇ ਜਾ ਸਕਦੇ ਉੱਥੇ ਅਸੀਂ ਫਿਰ ਇੰਡੈਕਸ ਨੰਬਰ ਯੂਜ਼ ਕਰਕੇ ਅਸੀਂ ਜਿਹੜਾ ਇੱਥੇ ਇੱਕ ਜਨਰਲ ਰਿਜ਼ਲਟਸ ਇੰਟਰਪੋਲੇਟ ਕਰਦੇ ਹਾਂ। ਸੋ ਹੁਣ ਅਸੀਂ ਅਨਵੇਟਡ ਇੰਡੈਕਸ ਨੰਬਰ ਨੂੰ ਦਾ ਮੈਥਡ ਯੂਜ਼ ਕਰਕੇ ਸਿੰਪਲ ਐਗਰੀਗੇਟ ਮੈਥਡ ਐਂਡ ਸਿੰਪਲ ਐਵਰੇਜ ਆਫ ਰਿਲੇਟਿਵ ਮੈਥਡਸ ਦੀ ਐਗਜ਼ਾਮਪਲ ਕਰਾਂਗੇ।
ਹੁਣ ਇਸ ਐਗਜ਼ਾਮਪਲ ਦੇ ਵਿੱਚ ਸਾਡੇ ਕੋਲ 4 ਗੁੱਡਸ ਦਿੱਤੀਆਂ ਅਲੱਗ-ਅਲੱਗ, ਉਹਨਾਂ ਦੇ ਪ੍ਰਾਈਸਿਸ ਦਿੱਤੇ ਆ 2 ਅਲੱਗ-ਅਲੱਗ ਈਅਰਸ ਦੇ ਵਿੱਚ 2015 ਐਂਡ 16। ਹੁਣ ਇਹ 4 ਗੁੱਡਸ ਕੋਈ ਵੀ ਹੋ ਸਕਦੀਆਂ, ਸਪੋਜ਼ ਇੱਕ ਇਹਦੇ ਵਿੱਚ ਸ਼ੂਗਰ ਆ, ਦੂਜਾ ਆਇਲ ਆ, ਥਰਡ ਇਹਦੇ ਵਿੱਚ ਸੋਪ ਹੋਵੇ, ਫੋਰਥ ਇਹਦੇ ਵਿੱਚ ਬਿਸਕਿਟ ਹੋਣ। ਤਾਂ ਸਾਰੀਆਂ ਅਲੱਗ-ਅਲੱਗ ਟਾਈਪ ਦੀਆਂ ਜਿਹੜੀਆਂ ਗੁੱਡਸ ਆ ਉਹਨਾਂ ਨੂੰ ਮੈਜਰ ਕਰਨ ਦਾ ਤਰੀਕਾ ਅਲੱਗ-ਅਲੱਗ ਹੋਏਗਾ। ਕੋਈ ਕਿਸੇ ਨੂੰ ਅਸੀਂ ਗ੍ਰਾਮਸ ਦੇ ਵਿੱਚ ਮੈਜਰ ਕਰ ਰਹੇ ਹਾਂ, ਕਿਸੇ ਨੂੰ ਅਸੀਂ ਲੀਟਰਸ ਦੇ ਵਿੱਚ, ਕਿਸੇ ਨੂੰ ਕਿਲੋਗ੍ਰਾਮਸ ਦੇ ਵਿੱਚ। ਉਹਨਾਂ ਦੇ ਪ੍ਰਾਈਸਿਸ 2 ਸਾਲ ਦੇ ਵਿੱਚ ਅਲੱਗ-ਅਲੱਗ ਦਿੱਤੇ ਆ 2015 ਐਂਡ 16। ਇਹਦੇ ਲਈ ਅਸੀਂ ਸਿੰਪਲ ਐਗਰੀਗੇਟਿਵ ਮੈਥਡ ਦੇ ਨਾਲ ਪ੍ਰਾਈਸ ਇੰਡੈਕਸ ਫਾਈਂਡ ਕਰਨਾ। ਦੇਖੋ ਇਹਨੂੰ ਅਸੀਂ P01 ਲਿਖਦੇ ਹਾਂ, ਮਤਲਬ ਕਿ ਨਿਊ ਜਿਹੜਾ ਵੀ ਇੰਡੈਕਸ ਹੈਗਾ ਓਵਰ ਦੀ ਬੇਸ ਪ੍ਰਾਈਸਿਸ, ਜਿਹੜਾ ਜ਼ੀਰੋ ਪੁਰਾਣੇ ਸਾਲ ਦੇ ਪ੍ਰਾਈਸਿਸ ਦੇ ਉੱਪਰ ਨਿਊ ਈਅਰ ਦੇ ਵਿੱਚ ਕੀ ਚੇਂਜ ਆਇਆ, ਇੰਡੈਕਸ ਅਸੀਂ ਕੈਲਕੂਲੇਟ ਕਰਨਾ। ਤਾਂ ਇਹਦਾ ਸਿੰਪਲ ਜਿਹਾ ਫਾਰਮੂਲਾ ਸਮੇਸ਼ਨ P1 ਓਵਰ ਸਮੇਸ਼ਨ P0 ਇੰਟੂ 100। P1 ਦਾ ਮਤਲਬ ਨਵੇਂ ਸਾਲ ਦੇ ਵਿੱਚ ਪ੍ਰਾਈਸਿਸ, P0 ਮਤਲਬ ਪੁਰਾਣੇ ਸਾਲ ਦੇ ਵਿੱਚ ਪ੍ਰਾਈਸਿਸ ਇੰਟੂ 100। ਤਾਂ ਇਹ ਸਾਡੇ ਕੋਲ ਪੁਰਾਣੇ ਈਅਰ ਦੇ ਵਿੱਚ ਟੋਟਲ ਪ੍ਰਾਈਸਿਸ ਅਸੀਂ ਟੋਟਲ ਕਰ ਲਿਆ। ਸਮੇਸ਼ਨ P0 28.25, ਪ੍ਰਾਈਸਿਸ ਇਨ 2016 ਮਤਲਬ ਕਿ ਜਿਹੜਾ P1 ਆ ਇਹ P0 ਹੋ ਗਿਆ, P1 ਹੋ ਗਿਆ, ਇਹ ਸਾਡੇ ਕੋਲ ਆ ਗਿਆ ਐਡ ਕਰਕੇ 37 ਫਾਰਮੂਲੇ 'ਚ ਪੁੱਟ ਕਰਤਾ ਇੰਟੂ 100। ਇਹ ਸਾਡੇ ਕੋਲ ਆ ਗਈ ਵੈਲਿਊ 130.70। ਟੂ ਇੱਥੇ 2016 ਦੇ ਵਿੱਚ ਹੁਣ ਇੱਥੋਂ ਪਤਾ ਕੀ ਚੱਲਦਾ ਹੈ ਕਿ ਸਾਨੂੰ ਕਿੰਨਾ ਇੰਡੈਕਸ ਨੰਬਰ ਤੋਂ ਅਸੀਂ ਦੱਸ ਸਕਦੇ ਹਾਂ ਕਿ ਪਰਸੈਂਟੇਜ ਚੇਂਜ ਆਇਆ ਪ੍ਰਾਈਸਿਸ ਦੇ ਵਿੱਚ। ਪ੍ਰੀਵੀਅਸ ਅਗਰ 100 ਬੇਸ ਮੰਨ ਕੇ ਚੱਲਦੇ ਹਾਂ ਤਾਂ 130.7 ਮਾਈਨਸ 100 ਕਿੰਨਾ ਬਣਿਆ 30.7। ਦੈਟ ਮੀਨਸ ਕਿ 2015 ਦੇ ਮੁਕਾਬਲੇ 2016 ਦੇ ਵਿੱਚ 30.7% ਇਨਕਰੀਜ਼ ਹੋਇਆ ਪ੍ਰਾਈਸਿਸ ਦੇ ਵਿੱਚ, ਇਨਕਰੀਜ਼ ਆਇਆ ਪ੍ਰਾਈਸਿਸ ਦੇ ਵਿੱਚ। ਇਹ ਸਿੰਪਲ ਜਿਹਾ ਮੈਥਡ ਹੈਗਾ, ਸਿੰਪਲ ਐਗਰੀਗੇਟ ਮੈਥਡਸ ਆ। ਗੁੱਡਸ ਦਿੱਤੀਆਂ ਹੁੰਦੀਆਂ, 2 ਈਅਰ ਦੇ ਪ੍ਰਾਈਸਿਸ ਦਿੱਤੇ ਆ, ਸਿੰਪਲੀ ਤੁਸੀਂ ਉਹਨਾਂ ਨੂੰ ਐਡ ਕੀਤਾ ਬੇਸ ਈਅਰ ਨੂੰ ਔਰ ਦੂਸਰੇ ਪ੍ਰਾਈਸਿਸ ਨਿਊ ਈਅਰ ਦਿਆਂ ਨੂੰ। ਨਿਊ ਈਅਰ ਦੇ ਪ੍ਰਾਈਸਿਸ ਡਿਵਾਈਡਡ ਬਾਈ ਪ੍ਰੀਵੀਅਸ ਈਅਰ ਦੇ ਪ੍ਰਾਈਸਿਸ ਜਾਂ ਜਿਹੜੇ ਵੀ ਬੇਸ ਈਅਰ ਦੇ ਪ੍ਰਾਈਸਿਸ ਆ ਇੰਟੂ 100। ਤੋ ਇਹ ਸਿੰਪਲ ਜਿਹਾ ਮੈਥਡ ਹੈਗਾ, ਸਿੰਪਲ ਐਗਰੀਗੇਟਿਵ ਮੈਥਡ। ਹੁਣ ਨੈਕਸਟ ਅਸੀਂ ਮੈਥਡ ਕਰਦੇ ਹਾਂ ਜਿਹੜਾ ਕਿ ਰਿਲੇਟਿਵਸ ਵਾਲਾ ਮੈਥਡ ਅਸੀਂ ਗੱਲ ਕੀਤੀ ਸੀ, ਸਿੰਪਲ ਰਿਲੇਟਿਵਸ ਦਾ ਮੈਥਡ, ਜੋ ਕਿ ਅਨਵੇਟਡ ਇੰਡੈਕਸ ਨੰਬਰ ਦੀ ਦੂਜਾ ਮੈਥਡ ਹੈਗਾ। ਅਗਲਾ ਮੈਥਡ ਕਰਨ ਤੋਂ ਪਹਿਲੇ ਅਸੀਂ ਨਾਲ ਹੀ ਅਗਰ ਕੁਆਂਟੀਟੀ ਇੰਡੈਕਸ ਦੀ ਗੱਲ ਕਰੀਏ ਤਾਂ ਇਹਦੇ ਵਾਸਤੇ ਸਿੰਪਲ ਐਗਰੀਗੇਟ ਮੈਥਡ ਨੂੰ ਹੀ ਕੁਆਂਟੀਟੀ ਇੰਡੈਕਸ ਅਗਰ ਅਸੀਂ ਫਾਈਂਡ ਕਰਨਾ ਹੋਵੇ ਤਾਂ ਅਸੀਂ ਸਮੇਸ਼ਨ Q1 ਓਵਰ ਸਮੇਸ਼ਨ Q0 ਇੰਟੂ 100 ਕਰ ਦਾਂਗੇ। ਦੈਟ ਮੀਨਸ ਹੁਣ ਅਸੀਂ ਪ੍ਰਾਈਸਿਸ ਦੀ ਗੱਲ ਨਹੀਂ ਕਰਾਂਗੇ, ਅਸੀਂ ਕੁਆਂਟੀਟੀਜ਼ ਨੂੰ ਐਡ ਕਰਾਂਗੇ। ਜਿਹੜੀਆਂ ਕੁਆਂਟੀਟੀਜ਼ ਅਗਰ ਪ੍ਰਾਈਸਿਸ ਦੇ ਨਾਲ ਕੁਆਂਟੀਟੀਜ਼ ਵੀ ਦਿੱਤੀਆਂ, ਅਸੀਂ ਸਿੰਪਲ ਕੁਆਂਟੀਟੀਜ਼ ਨੂੰ ਪੁਰਾਣੇ ਈਅਰ ਦੀਆਂ ਕੁਆਂਟੀਟੀਜ਼ Q0 ਹੋ ਜਾਣਗੀਆਂ, ਨਵੇਂ ਦੀਆਂ Q1 ਇੰਟੂ 100 ਤੋਂ ਪ੍ਰਾਈਸਿਸ ਦੀ ਜਗ੍ਹਾ 'ਤੇ ਕੁਆਂਟੀਟੀਜ਼ ਨੂੰ ਐਡ ਕਰਕੇ ਫਾਰਮੂਲੇ 'ਚ ਪੁੱਟ ਕਰਤਾ। ਇਹ ਆ ਜਾਏਗਾ ਕੁਆਂਟੀਟੀ ਇੰਡੈਕਸ ਸਿੰਪਲ ਐਗਰੀਗੇਟਿਵ ਮੈਥਡ। ਸਿੰਪਲ ਐਵਰੇਜ ਆਫ ਰਿਲੇਟਿਵ ਮੈਥਡਸ ਨੂੰ ਅਸੀਂ 3 ਤਰੀਕੇ ਦੇ ਨਾਲ ਅਸੀਂ ਅਪਲਾਈ ਕਰਦੇ ਹਾਂ, ਯੂਜ਼ਿੰਗ ਅਰਿਥਮੈਟਿਕ ਮੀਨ, ਜਿਓਮੈਟ੍ਰਿਕ ਮੀਨ ਐਂਡ ਮੀਡੀਅਨ। ਹੁਣ ਇਹਦੇ ਵਿੱਚ ਪਹਿਲਾ ਸਟੈਪ ਸਾਡੇ ਕੋਲ ਕੀ ਰਹੇਗਾ, ਡਾਟਾ ਤੋਂ ਹੋਈ ਹੈ ਕਿ ਅਲੱਗ-ਅਲੱਗ ਕਮੋਡਿਟੀਜ਼ ਦੇ ਲਈ ਇੱਕ ਬੇਸ ਈਅਰ ਦਾ ਸਾਨੂੰ ਦੇ ਦਿੱਤਾ ਔਰ ਇੱਕ ਨਿਊ ਈਅਰ ਦਾ ਦੇ ਦਿੱਤਾ, ਜਿਹਦੇ ਲਈ ਅਸੀਂ ਇੰਡੈਕਸ ਨੰਬਰ ਕੈਲਕੂਲੇਟ ਕਰਨਾ। ਹੁਣ ਜਦੋਂ ਅਸੀਂ ਮੀਨ ਯੂਜ਼ ਕਰਾਂਗੇ, ਬੇਸਿਕਲੀ ਜਿਹੜੇ ਪ੍ਰਾਈਸ ਰਿਲੇਟਿਵ ਆ ਜਿਹਨੂੰ ਅਸੀਂ ਬੋਲ ਰਹੇ ਹਾਂ ਫਾਰਮੂਲੇ ਦੇ ਵਿੱਚ, ਜਿਹੜਾ ਰਿਲੇਟਿਵ ਮੈਥਡਸ ਆ, ਉਹ ਰਿਲੇਟਿਵਸ ਅਸੀਂ ਕਿੱਦਾਂ ਫਾਈਂਡ ਕਰਨੇ ਆ ਪ੍ਰਾਈਸ ਰਿਲੇਟਿਵਸ, ਉਹ ਅਸੀਂ ਫਾਈਂਡ ਕਰਨੇ ਆ P1 ਓਵਰ P0 ਇੰਟੂ 100 ਕਰਕੇ। ਦੈਟ ਮੀਨਸ ਕਿ ਹਰੇਕ ਕਮੋਡਿਟੀ ਦੇ ਲਈ ਅਲੱਗ-ਅਲੱਗ ਕਰਾਂਗੇ। ਜਿੱਦਾਂ ਪਿਛਲੇ ਮੈਥਡ 'ਚ ਅਸੀਂ ਕੀ ਕੀਤਾ ਸੀ, ਸਾਰੀਆਂ ਕਮੋਡਿਟੀਜ਼ ਦਾ ਪ੍ਰਾਈਸਿਸ ਨੂੰ ਅਸੀਂ ਇਕੱਠੇ ਹੀ ਐਡ ਕਰ ਲਿਆ, ਚਾਹੇ ਉਹ ਅਲੱਗ-ਅਲੱਗ ਟਾਈਪ ਦੀਆਂ ਕਮੋਡਿਟੀਜ਼ ਸੀਗੀਆਂ। ਲੇਕਿਨ ਇਹਦੇ ਵਿੱਚ ਇਸ ਪ੍ਰੋਬਲਮ ਨੂੰ ਦੂਰ ਕਰਨ ਦੇ ਲਈ ਕਿ ਇੱਦਾਂ ਆਨਸਰ ਜਿਹੜਾ ਸਹੀ ਨਹੀਂ ਮਿਲੇਗਾ, ਇੱਕ ਰੀਅਲਿਸਟਿਕ ਆਨਸਰ ਨਹੀਂ ਹੋਏਗਾ, ਤਾਂ ਉਸ ਪ੍ਰੋਬਲਮ ਨੂੰ ਦੂਰ ਕਰਨ ਲਈ ਅਸੀਂ ਪ੍ਰਾਈਸ ਰਿਲੇਟਿਵਸ ਦੇ ਵਿੱਚ ਕੀ ਕੀਤਾ ਕਿ ਰਿਲੇਟਿਡ ਗੁੱਡਸ ਜਿਹੜੀਆਂ, ਜਿੱਦਾਂ ਹੁਣ ਇੱਕ ਈਅਰ ਦੇ ਵਿੱਚ ਬਿਸਕਿਟ ਦਾ ਪ੍ਰਾਈਸ ਕੀ ਆ, ਸੈਕਿੰਡ ਈਅਰ ਦੇ ਵਿੱਚ ਬਿਸਕਿਟ ਦਾ ਪ੍ਰਾਈਸ ਕੀ ਆ, ਉਹਦਾ ਅਸੀਂ ਅਲੱਗ ਕੈਲਕੂਲੇਟ ਕੀਤਾ ਐਵਰੇਜ। ਉਹਦੇ ਤੋਂ ਬਾਅਦ ਅਗਲੀ ਗੁੱਡ ਜਿਹੜੀ ਦੂਜੀ ਗੁੱਡ ਆ, ਸਪੋਜ਼ ਸ਼ੂਗਰ ਆ, ਸ਼ੂਗਰ ਦਾ ਫਸਟ ਈਅਰ 'ਚ ਪ੍ਰਾਈਸ ਕੀ ਸੀ, ਸੈਕਿੰਡ 'ਚ ਕੀ ਸੀ, P1 ਕਿੰਨਾ ਆ, P0 ਇੰਟੂ 100। ਮਤਲਬ ਹਰੇਕ ਕਮੋਡਿਟੀ ਦੇ ਲਈ ਅਲੱਗ-ਅਲੱਗ ਅਸੀਂ ਜਿਹੜੀ ਆ ਉਹ ਐਵਰੇਜ ਫਾਈਂਡ ਕਰ ਰਹੇ ਹਾਂ। ਤਾਂ ਉਹ ਸਾਰੀਆਂ ਸਾਡੇ ਕੋਲ ਸਮ ਕਰਕੇ ਫਿਰ ਪਹਿਲੇ ਅਸੀਂ ਇਕੱਲੀ ਨੂੰ P1 ਓਵਰ P0 ਇੰਟੂ 100 ਕੀਤਾ, ਦੈਨ ਉਹਦਾ ਸਮੇਸ਼ਨ ਕੀਤਾ। ਫਿਰ ਸਾਡੇ ਕੋਲ ਇਹ ਸਮੇਸ਼ਨ ਜਿਹੜਾ ਪ੍ਰਾਈਸ ਰਿਲੇਟਿਵਸ ਦਾ ਆਏਗਾ, ਜਿਹਨੂੰ ਕਿ ਅਸੀਂ ਸਮੇਸ਼ਨ P ਵੀ ਬੋਲ ਦਿੰਦੇ ਹਾਂ। ਤਾਂ ਸਾਰਿਆਂ ਦੇ ਵਿੱਚ ਇਹ ਸਮੇਸ਼ਨ P ਦਾ ਫਾਰਮੂਲਾ ਇਹ ਹੀ ਰਹੇਗਾ, P1
ओवर P0 इंटू 100। फिर ये ਜਿਹੜੇ ਰਿਲੇਟਿਵਸ ਆ ਜਾਣਗੇ ਨਾ ਹਰੇਕ ਕਮੋਡਿਟੀਜ਼ ਦੇ ਲਈ, ਉਹਨਾਂ ਦੇ ਵਿੱਚੋਂ ਫਿਰ ਅਸੀਂ ਜਿੱਦਾਂ ਇੱਥੇ ਲਿਖਿਆ ਹੈ ਕਿ ਮੀਨ ਯੂਜ਼ ਕਰਨਾ, ਤੇ ਇਹਦਾ ਮਤਲਬ ਆਹ ਵਾਲੇ ਰਿਲੇਟਿਵਸ ਆ ਕੇ ਇਹਦਾ ਸਮ ਕਰਕੇ ਓਵਰ ਐਨ ਦਾ ਮਤਲਬ ਨੰਬਰ ਆਫ ਜਿੰਨੀਆਂ ਵੀ ਕਮੋਡਿਟੀਜ਼ ਆ। ਇੱਥੇ ਜਿਓਮੈਟ੍ਰਿਕ ਮੀਨ ਆ, ਜਿਓਮੈਟ੍ਰਿਕ ਮੀਨ ਦਾ ਟੌਪਿਕ ਅਸੀਂ ਪਹਿਲੇ ਨਹੀਂ ਕੀਤਾ, ਤੇ ਮੈਂ ਇੱਕ ਨਵੀਂ ਵੀਡੀਓ ਵੀ ਬਣਾ ਦਾਂਗੀ ਜਿਓਮੈਟ੍ਰਿਕ ਮੀਨ ਤੇ ਐਂਡ ਲੌਗ ਵੈਲਿਊਜ਼ ਅਸੀਂ ਕਿੱਦਾਂ ਲੈਂਦੇ ਆ ਉਹਦੇ ਤੇ। ਤਾਂ ਇੱਥੇ ਮੈਂ ਲੌਗ ਵੈਲਿਊਜ਼ ਇਸ ਵੀਡੀਓ 'ਚ ਤਾਂ ਨਹੀਂ ਸਿਖਾਵਾਂਗੀ ਕਿਸ ਤਰ੍ਹਾਂ ਅਸੀਂ ਫਾਈਂਡ ਕਰਨੀ ਆ, ਲੇਕਿਨ ਮੈਂ ਇੱਕ ਅਲੱਗ ਤੋਂ ਵੀਡੀਓ ਬਣਾ ਦਾਂਗੀ ਕਿ ਲੌਗ ਵੈਲਿਊਜ਼ ਐਂਡ ਐਂਟੀ ਲੌਗ ਵੈਲਿਊਜ਼ ਕਿੱਦਾਂ ਲਈਆਂ ਜਾਂਦੀਆਂ। ਤਾਂ ਇੱਥੇ ਸਾਨੂੰ ਉਹ ਜਿਹੜਾ ਪਹਿਲੇ ਪੀ ਫਾਈਂਡ ਕਰਨਾ ਸੀ, ਦੈਨ ਉਹਦੇ ਤੋਂ ਅਸੀਂ ਲੌਗ ਪੀ ਫਾਈਂਡ ਕਰਨਾ, ਮਤਲਬ ਕਿ ਪਹਿਲੇ ਪੀ ਫਾਈਂਡ ਕਰਨ ਤੋਂ ਬਾਅਦ ਲੌਗ ਵੈਲਿਊਜ਼ ਉਹਦੀਆਂ ਅਸੀਂ ਫਾਈਂਡ ਕਰਨੀਆਂ, ਦੈਨ ਉਹਦਾ ਐਂਟੀ ਲੌਗ ਫਾਈਂਡ ਕਰਨਾ। ਫਿਰ ਇਹ ਹੋ ਗਿਆ ਜਿਓਮੈਟ੍ਰਿਕ ਮੀਨ ਤੋਂ। ਮੀਡੀਅਨ ਦੇ ਵਿੱਚ ਅਸੀਂ ਕੀ ਕਰਨਾ, ਹੀ ਲਿੰਕ ਰਿਲੇਟਿਵ ਫਾਈਂਡ ਕਰਕੇ ਜਿਹੜੇ ਪ੍ਰਾਈਸ ਰਿਲੇਟਿਵ P1 ਓਵਰ P0 ਇੰਟੂ 100 ਉਹਨਾਂ ਨੂੰ ਅਸੈਂਡਿੰਗ ਆਰਡਰ ਦੇ ਵਿੱਚ ਲਿਖ ਕੇ ਉਹਦੇ ਤੋਂ ਮੀਡੀਅਨ ਫਾਈਂਡ ਕਰਾਂਗੇ, ਉਹ ਸਾਡੀ ਵੈਲਿਊ ਆਏਗੀ। ਤਾਂ ਹੁਣ ਅਸੀਂ ਇੱਕ ਨੂਮੈਰੀਕਲ ਪ੍ਰੋਬਲਮ ਲੈ ਕੇ ਇਹ ਤਿੰਨੋਂ ਮੈਥਡਸ ਦੇ ਨਾਲ ਜਿਹੜਾ ਸਿੰਪਲ ਐਵਰੇਜ ਆਫ ਰਿਲੇਟਿਵ ਮੈਥਡਸ ਯੂਜ਼ ਕਰਕੇ ਇੰਡੈਕਸ ਨੰਬਰ ਫਾਈਂਡ ਕਰਦੇ ਹਾਂ। ਹੁਣ ਇਸ ਐਗਜ਼ਾਮਪਲ ਦੇ ਵਿੱਚ ਸਾਡੇ ਕੋਲ 4 ਈਅਰਸ ਦਾ ਡਾਟਾ ਗਿਵਨ ਆ, 2010, 11, 12 ਐਂਡ 13। ਇਹਦੇ ਵਾਸਤੇ ਅਸੀਂ ਸਿੰਪਲ ਐਵਰੇਜ ਆਫ ਰਿਲੇਟਿਵ ਮੈਥਡ ਯੂਜ਼ ਕਰਕੇ ਅਸੀਂ ਇੰਡੈਕਸ ਨੰਬਰ ਜਿਹੜਾ ਆ ਉਹ ਸੋਲਵ ਕਰਨਾ। ਹੁਣ ਇਹਦਾ ਇੰਡੈਕਸ ਨੰਬਰ ਫਾਈਂਡ ਕਰਨ ਦੇ ਲਈ ਸਾਨੂੰ ਸਾਡੇ ਕੋਲ ਫਸਟ ਆਫ ਆਲ ਚਾਹੀਦੇ ਆ ਪ੍ਰਾਈਸ ਰਿਲੇਟਿਵਸ। ਤਾਂ ਪ੍ਰਾਈਸ ਰਿਲੇਟਿਵਸ ਫਾਈਂਡ ਕਰਨ ਦੇ ਲਈ ਸਾਡੇ ਕੋਲ ਫਾਰਮੂਲਾ ਕੀ ਆ, ਪਹਿਲੇ P1 ਓਵਰ P0 ਇੰਟੂ 100। ਹਰੇਕ ਈਅਰ ਦੇ ਲਈ ਅਸੀਂ, ਜ਼ਰੂਰੀ ਨਹੀਂ ਆ ਕਿ ਹਰ ਵਾਰ ਤੁਹਾਨੂੰ ਐਗਜ਼ਾਮਪਲ ਦੇ ਵਿੱਚ 1 ਸਾਲ ਹੀ ਦਿੱਤਾ ਹੋਵੇ, 2 ਈਅਰਸ ਵੀ ਦਿੱਤੇ ਹੋ ਸਕਦੇ, 3 ਈਅਰਸ ਵੀ, ਹਰੇਕ ਦੇ ਲਈ ਤੁਹਾਨੂੰ ਕਿਹਾ ਜਾ ਸਕਦਾ ਕਿ 11, 12, 13 ਹਰੇਕ ਦੇ ਲਈ ਇੰਡੈਕਸ ਨੰਬਰ ਜਿਹੜਾ ਉਹ ਫਾਈਂਡ ਕਰੋ। ਹੁਣ ਇੱਥੇ ਅਸੀਂ ਕਿਉਂਕਿ 2010 ਤੋਂ ਡਾਟਾ ਸ਼ੁਰੂ ਹੋ ਰਿਹਾ ਤਾਂ ਬੇਸ ਈਅਰ ਅਸੀਂ ਕਿਹਨੂੰ ਲਵਾਂਗੇ, 2010। ਹੋ ਸਕਦਾ ਤੁਹਾਨੂੰ ਸਮ ਦੇ ਵਿੱਚ ਕੋਈ ਹੋਰ ਬੇਸ ਈਅਰ ਲੈਣ ਲਈ ਕਿਹਾ ਹੋਵੇ, ਸਪੋਜ਼ 2012 ਬੇਸ ਈਅਰ ਲੈ ਕੇ ਵੈਲਿਊਜ਼ ਫਾਈਂਡ ਕਰਨ ਲਈ ਕਹੀਆਂ ਹੁਣ, ਤਾਂ ਫਿਰ ਤੁਸੀਂ ਇਹਨੂੰ ਬੇਸ ਈਅਰ ਲੈ ਕੇ ਚੱਲਣਾ, ਇੱਥੋਂ ਵੈਲਿਊਜ਼ ਨੂੰ ਸ਼ੁਰੂ ਕਰਨਾ। ਤਾਂ ਹੁਣ ਅਸੀਂ 10 ਕਿਉਂਕਿ ਬੇਸ ਈਅਰ ਆ, ਸ਼ੁਰੂਆਤ ਇੱਥੋਂ ਹੋਈ ਹੈ, ਇਹਦੇ ਬਾਰੇ ਕੁਛ ਹੋਰ ਕਿਹਾ ਵੀ ਨਹੀਂ ਗਿਆ, ਸਿੰਪਲੀ ਕਿਹਾ ਗਿਆ ਕਿ ਇਹ ਮੈਥਡ ਯੂਜ਼ ਕਰੋ। ਤਾਂ ਅਸੀਂ 2010 ਦੇ ਲਈ ਪ੍ਰਾਈਸ ਰਿਲੇਟਿਵ ਫਾਈਂਡ ਕਰਾਂਗੇ। ਹੁਣ ਕਿਉਂਕਿ ਇਹਦੇ ਤੋਂ ਪ੍ਰੀਵੀਅਸ ਤਾਂ ਕੋਈ ਈਅਰ ਹੀ ਨਹੀਂ ਹੈ, ਇਹਦੇ ਵਿੱਚ ਕਰੰਟ ਈਅਰ ਵੀ ਹੋਈ ਆ, ਪ੍ਰੀਵੀਅਸ ਈਅਰ ਵੀ ਹੋਈ ਹੈ, ਇਸ ਕਰਕੇ ਹਰੇਕ ਵੈਲਿਊ ਇਹਦੇ ਵਿੱਚ ਸੇਮ ਰਹੇਗੀ। ਅਤੇ ਜਿਹੜਾ ਸਾਡੇ ਕੋਲ ਪ੍ਰਾਈਸ ਰਿਲੇਟਿਵ ਸਾਰੇ ਕੀ ਆ ਜਾਣਗੇ, 100। ਦੇਖੋ P1 ਵੀ ਉਨਾ ਹੀ ਆ, 15। ਅਗਰ ਅਸੀਂ ਗੱਲ ਕਰੀਏ ਫਸਟ ਕਮੋਡਿਟੀ ਦੇ ਲਈ, 15 ਡਿਵਾਈਡਡ ਬਾਈ 15 ਇੰਟੂ 100, 10 ਓਵਰ 10 ਇੰਟੂ 100, 12 ਓਵਰ 12 ਇੰਟੂ 100, ਅਤੇ ਆਂਸਰ ਕਿੰਨਾ ਆਏਗਾ ਹਰ ਇੱਕ ਵਾਰ 100। ਹੁਣ ਜਦੋਂ ਅਸੀਂ 2011 ਦੇ ਲਈ ਪ੍ਰਾਈਸ ਰਿਲੇਟਿਵ ਫਾਈਂਡ ਕਰਨੀ ਆ, P1 ਓਵਰ P0, ਹੁਣ ਇੱਥੇ ਸਾਡੇ ਕੋਲ ਚੇਂਜ ਹੋਏਗਾ, ਕੀ ਹੋਏਗਾ ਇੱਥੇ 30 ਓਵਰ 15 ਇੰਟੂ 100, 30 ਓਵਰ 15 ਇੰਟੂ 100, ਇਹ ਸਾਡੇ ਕੋਲ ਆ ਜਾਏਗਾ 200। ਇੱਦਾਂ ਹੀ ਇੱਥੇ ਫਿਰ 12 ਓਵਰ 10 ਇੰਟੂ 100। ਇਸ ਤਰ੍ਹਾਂ ਕਰਕੇ ਅਸੀਂ ਇਹ ਜਿਹੜੀਆਂ ਸਾਰੇ ਪ੍ਰਾਈਸ ਰਿਲੇਟਿਵ ਹੈਗੇ ਆ ਉਹ ਫਾਈਂਡ ਕਰ ਲਵਾਂਗੇ। ਇਹ ਆ ਗਿਆ ਸਾਡੇ ਕੋਲ 120, 150, 100, 88.23। ਇਸੇ ਤਰ੍ਹਾਂ ਇਹਦੇ ਲਈ 20। ਹੁਣ ਇਹਦਾ ਪ੍ਰੀਵੀਅਸ ਕਿਹੜਾ ਜਿਹੜਾ ਹੈਗਾ P0 ਅਸੀਂ ਕਿਹੜਾ ਲਵਾਂਗੇ, 20 ਓਵਰ 15। ਹੁਣ ਇਹ ਨਹੀਂ ਲੈਣਾ ਕਿ ਲਿੰਕ ਨਹੀਂ ਬਣਾਉਣਾ, ਇੱਥੇ ਲਿੰਕ ਰਿਲੇਟਿਵ ਨਹੀਂ ਲੈਣੇ ਅਸੀਂ ਕਿ 2012 ਦੇ ਲਈ 2011 ਪ੍ਰੀਵੀਅਸ ਲਵਾਂਗੇ। ਬੇਸ ਈਅਰ ਜਿਹੜਾ ਆ 2010, 20 ਓਵਰ 15 ਇੰਟੂ 100, 16 ਓਵਰ 10 ਇੰਟੂ 100, 8 ਓਵਰ 12। P0 ਇਹੀ ਆ ਸਾਡਾ, P1 ਚੇਂਜ ਹੋ ਰਿਹਾ ਹਰ ਵਾਰੀ, ਇੱਕ ਵਾਰੀ ਇਹ ਆ P1, ਇੱਕ ਵਾਰੀ ਇਹ ਆ, P0 ਸੇਮ ਹੀ ਆ ਬੇਸ ਈਅਰ। ਸੋ ਇਸ ਤਰ੍ਹਾਂ ਅਸੀਂ ਇਹ ਸਾਰੇ ਪ੍ਰਾਈਸ ਰਿਲੇਟਿਵ ਕੈਲਕੂਲੇਟ ਕਰਨੇ ਆ। ਤਾਂ ਇੱਥੇ ਸਾਰੇ ਸਾਡੇ ਕੋਲ ਜਿਹੜੇ ਅਸੀਂ ਰਿਲੇਟਿਵਸ ਜਿਹੜੇ ਪ੍ਰਾਈਸ ਰਿਲੇਟਿਵ ਆ ਉਹ ਫਾਈਂਡ ਕਰ ਲਏ। ਹੁਣ ਅਸੀਂ ਮੀਡੀਅਨ ਦਾ ਮੈਥਡ ਅਗਰ ਯੂਜ਼ ਕਰੀਏ ਸਭ ਤੋਂ ਪਹਿਲੇ, ਤਾਂ ਮੀਡੀਅਨ ਦਾ ਮੈਥਡ ਯੂਜ਼ ਕਰਨ ਦੇ ਲਈ ਇਹਦਾ ਆਂਸਰ ਫਾਈਂਡ ਕਰਨ ਲਈ ਅਸੀਂ ਕੀ ਕਰਾਂਗੇ, ਅਗਰ ਸਪੋਜ਼ ਅਸੀਂ 2011 ਦੇ ਲਈ ਵੈਲਿਊ ਫਾਈਂਡ ਕਰਨੀ ਆ, P01 ਫॉर 2011, ਤਾਂ ਇੱਥੇ ਸਾਡੇ ਕੋਲ ਆਂਸਰ ਕੀ ਰਹੇਗਾ, ਪ੍ਰਾਈਸ ਰਿਲੇਟਿਵ ਜਿੰਨੇ ਵੀ ਆ, ਮੀਡੀਅਨ ਦਾ ਮੈਥਡ ਯੂਜ਼ ਕਰਨਾ, ਯੂਜ਼ਿੰਗ ਮੀਡੀਅਨ। ਸਭ ਤੋਂ ਪਹਿਲੇ ਅਸੀਂ ਕੀ ਕਰਾਂਗੇ, ਇਹ ਜਿੰਨੇ ਵੀ 2011 ਦੇ ਲਈ ਪ੍ਰਾਈਸ ਰਿਲੇਟਿਵ ਆ ਇਹਨਾਂ ਨੂੰ ਅਸੈਂਡਿੰਗ ਆਰਡਰ 'ਚ ਲਿਖ ਲਾਂਗੇ। ਅਸੈਂਡਿੰਗ ਆਰਡਰ 'ਚ ਲਿਖਣ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਇੰਡੀਵਿਜੂਅਲ ਸੀਰੀਜ਼ ਦੇ ਲਈ ਮੀਡੀਅਨ ਫਾਈਂਡ ਕਰੀਦਾ ਜਾਂ ਕਿਸ ਤਰ੍ਹਾਂ ਕਰੀਦਾ, ਸਾਈਜ਼ ਆਫ n+1 ਓਵਰ ਸੈਕਿੰਡ ਟਰਮ, ਉਹ ਸਾਡਾ ਆਂਸਰ ਆ ਜਾਏਗਾ। ਹੁਣ ਇੱਥੇ ਅਗਰ ਮੈਂ ਇਹਨੂੰ ਇਹਦੇ ਤੋਂ ਵੈਲਿਊ ਫਾਈਂਡ ਕਰਨ ਦੇ ਲਈ ਜਿਹੜਾ 2011 ਦੇ ਕੇਸ ਦੇ ਵਿੱਚ ਪ੍ਰਾਈਸ ਰਿਲੇਟਿਵ ਨੂੰ ਲਿਖ ਲਿਆ ਅਸੈਂਡਿੰਗ ਆਰਡਰ 'ਚ,
ਇੱਥੇ ਅਸੈਂਡਿੰਗ ਆਰਡਰ ਲਿਖਣ ਤੋਂ ਬਾਅਦ ਅਸੀਂ ਮੀਡੀਅਨ ਫਾਈਂਡ ਕੀਤਾ। ਮੀਡੀਅਨ ਕਿੰਨਾ 6 ਆਈਟਮਸ n+1/2 5+1/2 5 ਆਈਟਮਸ ਸੀਗੀਆਂ ਅਤੇ ਥਰਡ ਆਈਟਮ ਸਾਡੇ ਕੋਲ ਆ ਗਈ ਜਿਹੜੀ ਮੀਡੀਅਨ ਵੈਲਿਊ ਉਹ ਹੈਗੀ ਹੈ ਇੱਥੇ ਸਾਡੇ ਕੋਲ 120। ਤਾਂ 120 ਸਾਡੇ ਕੋਲ ਇੱਥੇ ਆ ਗਿਆ ਇੰਡੈਕਸ ਨੰਬਰ। ਹੁਣ ਅਸੀਂ ਬਾਕੀ ਈਅਰਸ ਦੇ ਲਈ ਵੀ ਕੈਲਕੂਲੇਟ ਕਰ ਲਾਂਗੇ। ਇਹ ਸੀਗਾ ਸਾਡੇ ਕੋਲ ਫॉर 2011। ਇਸੇ ਤਰ੍ਹਾਂ ਅਸੀਂ ਫॉर ਅਗਰ 2012 ਕਰਨਾ ਹੋਵੇ, ਸਭ ਤੋਂ ਪਹਿਲੇ 2012 ਦੇ ਜਿਹੜੇ ਇਹ ਇੰਡੈਕਸ ਸਾਡੇ ਕੋਲ ਪ੍ਰਾਈਸ ਰਿਲੇਟਿਵ ਆ, ਇਹਨਾਂ ਨੂੰ ਅਸੀਂ ਅਸੈਂਡਿੰਗ ਆਰਡਰ 'ਚ ਲਿਖ ਲਾਂਗੇ। ਇਹਨਾਂ ਦੇ ਲਈ ਵੀ ਜਿਹੜਾ ਥਰਡ ਟਰਮ ਰਹੇਗੀ, ਕਿਉਂਕਿ ਇਹਦੇ ਵਿੱਚ ਵੀ ਤਾਂ ਇਕੁਅਲ ਹੀ ਨੰਬਰ ਆਫ ਗੁੱਡਸ ਹੈਗੀਆਂ। ਤਾਂ ਇਹਦੇ ਵਿੱਚ ਥਰਡ ਟਰਮ ਜਿਹੜੀ ਹੈਗੀ ਆ ਉਹ ਕਿੰਨੀ ਆ 1 2 and 3 133.33। ਇਸੇ ਤਰ੍ਹਾਂ ਫॉर 2013 83.33 117.65 130 160 and 200। ਇਹਦੇ ਵਿੱਚੋਂ ਥਰਡ ਟਰਮ ਕਿਹੜੀ ਹੈਗੀ ਸਾਡੇ ਕੋਲ 130। तो P01 for 2013 is 130 using median। ਤਿੰਨੋਂ ਸਾਲਾਂ ਦੇ ਲਈ ਮੀਡੀਅਨ ਯੂਜ਼ ਕਰਕੇ ਇਹ ਆ ਗਿਆ। ਹੁਣ ਅਗਰ ਅਸੀਂ ਜਿਓਮੈਟ੍ਰਿਕ ਮੀਨ ਦਾ ਮੈਥਡ ਜਾਂ ਅਰਿਥਮੈਟਿਕ ਮੀਨ ਦਾ ਲਗਾਉਣਾ ਹੋਵੇ ਤਾਂ ਅਰਿਥਮੈਟਿਕ ਮੀਨ ਦਾ ਲਗਾਉਣ ਦੇ ਲਈ ਸਿੰਪਲ ਇਹ ਪ੍ਰਾਈਸ ਰਿਲੇਟਿਵ ਜਿੰਨੇ ਤਾਂ ਜਦੋਂ ਅਰਿਥਮੈਟਿਕ ਮੀਨ ਦੇ ਕੇਸ 'ਚ ਅਸੀਂ ਕੀ ਕਰਾਂਗੇ, ਹਰੇਕ ਈਅਰ ਦੇ ਪ੍ਰਾਈਸ ਰਿਲੇਟਿਵਸ ਨੂੰ ਐਡ ਕਰਕੇ ਨੰਬਰ ਆਫ ਆਈਟਮਸ ਨਾਲ ਡਿਵਾਈਡ ਕਰ ਦਾਂਗੇ। ਤਾਂ ਇਸ ਕੇਸ ਦੇ ਵਿੱਚ ਦੇਖੋ 2011 ਦੇ ਵਿੱਚ ਵੀ ਔਰ ਹਰੇਕ ਈਅਰ 'ਚ 5 ਆਈਟਮਸ ਆ। ਹੁਣ ਇਹ 5 ਆਈਟਮਸ ਨੂੰ ਅਸੀਂ ਐਡ ਕਰਕੇ ਡਿਵਾਈਡਡ ਬਾਈ 5 ਕਰ ਦਿੱਤਾ ਤਾਂ ਸਾਡੇ ਕੋਲ ਜਿਹੜਾ ਆ ਯੂਜ਼ਿੰਗ ਮੀਨ ਆਨਸਰ ਆ ਜਾਏਗਾ। ਤਾਂ ਇੱਥੇ ਅਸੀਂ ਦੇਖ ਸਕਦੇ ਹਾਂ ਕਿ ਇਹ ਸਾਰਿਆਂ ਨੂੰ ਐਡ ਕਰਨ ਤੋਂ ਬਾਅਦ 5 ਨਾਲ ਡਿਵਾਈਡ ਕਰਨ 'ਤੇ ਇਹ ਸਾਡੇ ਕੋਲ ਤਿੰਨੋਂ ਸਾਲਾਂ ਦੇ ਲਈ ਜਿਹੜੇ ਇੰਡੈਕਸ ਨੰਬਰ ਯੂਜ਼ਿੰਗ ਅਰਿਥਮੈਟਿਕ ਮੀਨ ਆ ਗਏ। ਹੁਣ ਅਸੀਂ ਜਿਓਮੈਟ੍ਰਿਕ ਮੈਥਡ ਦੇ ਟੈਕਨੀਕ ਜਿਓਮੈਟ੍ਰਿਕ ਮੀਨ ਦੇ ਮੈਥਡ ਨਾਲ ਦੇਖਾਂਗੇ ਕਿਸ ਤਰ੍ਹਾਂ ਇਹਨਾਂ ਨੂੰ ਸੋਲਵ ਕਰਨਾ। ਹੁਣ ਜਿਓਮੈਟ੍ਰਿਕ ਮੀਨ ਦਾ ਮੈਥਡ ਯੂਜ਼ ਕਰਨ ਲਈ ਜਿਹੜੇ ਸਾਡੇ ਕੋਲ ਇਹ ਪ੍ਰਾਈਸ ਰਿਲੇਟਿਵਸ ਆਏ ਆ, ਇਹਨਾਂ ਤੋਂ ਸਾਨੂੰ log p ਫਾਈਂਡ ਕਰਨਾ ਪਏਗਾ। ਹੁਣ ਇਹ ਪ੍ਰਾਈਸ ਰਿਲੇਟਿਵਸ ਤੋਂ log p ਫਾਈਂਡ ਕਰਨ ਦੇ ਲਈ ਸਾਨੂੰ log ਟੇਬਲ ਯੂਜ਼ ਕਰਨਾ ਪਏਗਾ ਐਂਡ ਆਈ ਵਿਲ ਮੇਕ ਅਨਦਰ ਵੀਡੀਓ ਫॉर ਦੈਟ ਪਰਪਸ। ਉਹਦੇ ਤੋਂ ਤੁਸੀਂ ਸਿੱਖ ਸਕੋਗੇ ਕਿ log ਵੈਲਿਊਜ਼ ਜਿਹੜੀਆਂ ਤੁਸੀਂ log ਟੇਬਲ ਤੋਂ ਐਂਡ ਐਂਟੀ log ਵੈਲਿਊਜ਼ ਕਿਸ ਤਰ੍ਹਾਂ ਫਾਈਂਡ ਕਰਨੀਆਂ। ਸੋ ਇਸ ਵੀਡੀਓ ਦੇ ਵਿੱਚ ਮੈਂ ਡਾਇਰੈਕਟਲੀ log ਵੈਲਿਊਜ਼ ਨੂੰ ਲਿਖ ਰਹੀ ਹਾਂ। ਤਾਂ ਤਿੰਨੋਂ ਈਅਰਸ ਦੇ ਲਈ 2011 12 ਐਂਡ 13 ਦੇ ਲਈ ਅਸੀਂ ਪ੍ਰਾਈਸ ਰਿਲੇਟਿਵ ਫਾਈਂਡ ਕਰਾਂਗੇ। ਆ ਜਿਹੜੇ ਅਸੀਂ ਪ੍ਰਾਈਸ ਰਿਲੇਟਿਵ ਫਾਈਂਡ ਕੀਤੇ ਇਹਨਾਂ ਤੋਂ, ਇਹ ਪ੍ਰਾਈਸ ਰਿਲੇਟਿਵ ਕਿੱਦਾਂ ਫਾਈਂਡ ਕੀਤੇ ਸੀ P1 over P0 into 100। ਇਹ ਕਰਕੇ ਜੋ ਵੈਲਿਊਜ਼ ਆਈਆਂ ਉਹ ਲਿਖ ਲਈਆਂ। ਦੈਨ ਹੁਣ ਅਸੀਂ log p ਫਾਈਂਡ ਕਰਨੀ ਆ। log p ਫਾਈਂਡ ਕਰਨ ਦੇ ਲਈ ਅਸੀਂ log ਟੇਬਲ ਦੀ ਹੈਲਪ ਲਵਾਂਗੇ। log ਟੇਬਲ ਤੋਂ log ਵੈਲਿਊਜ਼ ਲਿਖ ਕੇ ਦੈਨ ਅਸੀਂ ਫਾਰਮੂਲਾ ਅਪਲਾਈ ਕਰਾਂਗੇ। ਇਹ ਸਾਰੀਆਂ log ਵੈਲਿਊਜ਼ ਫਾਈਂਡ ਕਰਨ ਤੋਂ ਬਾਅਦ ਅਸੀਂ ਇਹਨਾਂ ਦਾ ਸਮ ਕਰ ਲਿਆ, ਸਮੇਸ਼ਨ log p for 2011 12 ਐਂਡ 13। ਹੁਣ ਫਾਰਮੂਲਾ ਕੀ ਸੀ ਸਾਡੇ ਕੋਲ, ਐਂਟੀਲੋਗ ਆਫ ਸਮੇਸ਼ਨ log p over n। ਹੁਣ ਇਹਨਾਂ ਦਾ ਅਸੀਂ ਐਂਟੀਲੋਗ ਲੈਣਾ। ਸਮੇਸ਼ਨ ਅਗਰ ਸਪੋਜ਼ ਮੈਂ ਇੱਥੇ P01 for 2011 ਫਾਈਂਡ ਕਰਨਾ ਹੈ ਤਾਂ ਫਾਰਮੂਲਾ ਕੀ ਹੈ ਮੇਰੇ ਕੋਲ, ਐਂਟੀਲੋਗ ਆਫ ਸਮੇਸ਼ਨ log p over n। ਐਂਟੀਲੋਗ ਆਫ ਸਮੇਸ਼ਨ log p ਕਿੰਨਾ ਹੈ 10.5019, n ਕਿੰਨਾ ਹੈ ਸਾਡੇ ਕੋਲ 5। ਇਹਦਾ ਐਂਟੀਲੋਗ ਫਾਈਂਡ ਕਰ ਲੈਣਾ। ਇਹਨੂੰ ਡਿਵਾਈਡ ਕਰਕੇ ਜਿੰਨੀ ਵੈਲਿਊ ਆਈ ਉਹਦਾ ਐਂਟੀਲੋਗ ਫਾਈਂਡ ਕਰਾਂਗੇ। ਤਾਂ 2011 ਦੇ ਲਈ ਸਾਡੇ ਕੋਲ ਇੱਥੇ ਐਂਟੀਲੋਗ ਆ ਗਿਆ 126। ਇਸੇ ਤਰ੍ਹਾਂ ਜਦੋਂ ਅਸੀਂ 2012 ਦੇ ਲਈ ਵੈਲਿਊ ਫਾਈਂਡ ਕਰਨੀ ਆ, ਫਿਰ ਐਂਟੀਲੋਗ ਦੇ ਲਈ ਇੱਥੇ ਸਮੇਸ਼ਨ log p ਦੀ ਵੈਲਿਊ 10.3028 ਭਰ ਕੇ ਡਿਵਾਈਡਡ ਬਾਈ 5 ਕਰਾਂਗੇ। ਉਹ ਸਾਡੇ ਲਈ ਆ ਜਾਏਗਾ P01 for 2012। ਉਹਦਾ ਸਾਡੇ ਕੋਲ log p ਆ ਜਾਏਗਾ, ਐਂਟੀਲੋਗ ਆਫ log p over n ਆ ਜਾਏਗਾ 115.1 and for 2013 it will be equal to 132.4। ਸੇਮ ਇਸੇ ਫਾਰਮੂਲੇ 'ਚ ਪੁੱਟ ਕਰਨੀਆਂ ਵਾਲੀ ਵੈਲਿਊਜ਼। ਇੱਕ ਵਾਰੀ ਇੱਥੇ ਸਮੇਸ਼ਨ log p ਦੀ ਜਗ੍ਹਾ 'ਤੇ ਇਹ ਵੈਲਿਊ, ਦੂਸਰੀ ਵਾਰ ਇਹ ਵਾਲੀ ਔਰ ਤੀਸਰੀ ਵਾਰ ਥਰਡ ਈਅਰ ਦੀ ਵੈਲਿਊ। ਸੋ ਇਹ ਸਾਡੇ ਕੋਲ ਤਿੰਨੋਂ ਸਾਲਾਂ ਦੇ ਲਈ ਜਿਹੜੇ ਆ ਯੂਜ਼ਿੰਗ ਜਿਓਮੈਟ੍ਰਿਕ ਮੀਨ ਮੈਥਡ ਇਹ ਜਿਹੜੇ ਆ ਇੰਡੈਕਸ ਨੰਬਰਸ ਆ ਜਾਣਗੇ। ਇਸ ਤਰ੍ਹਾਂ ਅਸੀਂ ਇੰਡੈਕਸ ਨੰਬਰ ਜਿਹੜੇ ਆ ਤਿੰਨੋਂ ਮੈਥਡਸ ਦੇ ਨਾਲ ਦੇਖੇ, ਮੀਡੀਅਨ ਯੂਜ਼ ਕਰਕੇ, ਅਰਿਥਮੈਟਿਕ ਮੀਨ ਯੂਜ਼ ਕਰਕੇ ਐਂਡ ਜਿਓਮੈਟ੍ਰਿਕ ਮੀਨ ਯੂਜ਼ ਕਰਕੇ। ਸੋ ਇਹਦੇ ਨਾਲ ਹੀ ਸਾਡਾ ਜਿਹੜਾ ਇਹ ਦੋਨੋਂ ਮੈਥਡਸ ਅਨਵੇਟਡ ਮੀਨ ਦੇ ਹੈਗੇ ਆ ਉਹ ਕੰਪਲੀਟ ਹੋ ਜਾਂਦੇ ਆ। ਨੈਕਸਟ ਵੀਡੀਓ ਦੇ ਵਿੱਚ ਅਸੀਂ ਵੇਟਡ ਮੀਨਸ ਦੇ ਵੇਟਡ ਇੰਡੈਕਸ ਨੰਬਰਸ ਦੀਆਂ ਮੈਥਡਸ ਦੇ ਬਾਰੇ ਦੇ ਵਿੱਚ ਗੱਲ ਕਰਾਂਗੇ।